बहुत ही प्यारे बच्चों, अज आपां गुरमत काव्य दे विच पढ़ांगे श्री गुरु नानक देव जी दियां पवित्र रचनावां। बच्चों, गुरमत काव्य की हुंदा है? सब तो पहला आपां जाण पछाण कर लैंदे उस बारे। गुरमत काव्य दा रचना काल उंज तां शेख फरीद जी तो शुरू हो जाता है, पर शेख फरीद जी नूं सूफी काव्य विच शामिल किया गया है। गुरमत काव्य विच गुरु नानक देव जी, गुरु अमरदास जी, गुरु अर्जन देव जी ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਦੀ ਰਚਨਾ ਬੀਰ ਕਾਵਿ ਵਾਲੇ ਭਾਗ ਵਿੱਚ ਸ਼ਾਮਲ ਕੀਤੀ ਗਈ ਹੈ। ਗੁਰਮਤ ਕਾਵਿ ਦੀਆਂ ਕੁਝ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ। ਗੁਰਬਾਣੀ ਵਿੱਚ ਗੁਰੂ ਕਵੀਆਂ ਨੇ ਨਾਨਕ ਨਾਮ ਦਾ ਪ੍ਰਯੋਗ ਕੀਤਾ ਹੈ। ਹਰ ਸ਼ਬਦ ਦੀ ਆਖਰੀ ਤੁਕ ਵਿੱਚ ਨਾਨਕ ਸ਼ਬਦ ਆਉਂਦਾ ਹੈ। ਇਸ ਸ਼ਬਦ ਦਾ ਆਉਣਾ ਇਹ ਦਰਸਾਉਂਦਾ ਹੈ ਕਿ ਇਹ ਬਾਣੀ ਇੱਕ ਖਾਸ ਪਰੰਪਰਾ ਨਾਲ ਸੰਬੰਧਿਤ ਹੈ। ਇਉਂ ਇਸ ਦਾ ਪ੍ਰਭਾਵ ਬੱਝਵੇਂ ਰੂਪ ਵਿੱਚ ਪੈਂਦਾ ਹੈ। ਪੜ੍ਹਨ ਵੇਲੇ ਜਦੋਂ ਕਿਸੇ ਸ਼ਬਦ ਵਿੱਚ ਨਾਨਕ ਨਾਮ ਆਵੇ ਤਾਂ ਉਸ ਦਾ ਅਰਥ ਇਹ ਨਹੀਂ ਲੈਣਾ ਚਾਹੀਦਾ ਕਿ ਇਹ ਰਚਨਾ ਗੁਰੂ ਨਾਨਕ ਦੇਵ ਜੀ ਦੀ ਹੈ, ਸਗੋਂ ਸੰਬੰਧਿਤ ਗੁਰੂ ਕਵੀ ਹੀ ਲੈਣਾ ਚਾਹੀਦਾ ਹੈ। ਸੋ ਬੱਚਿਓ, ਵੈਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਆਪਾਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ। ਆਪਾਂ ਨੂੰ ਬਹੁਤ ਜਾਣਕਾਰੀ ਹੈ, ਹੋਣੀ ਵੀ ਚਾਹੀਦੀ ਹੈ, ਕਿਉਂਕਿ ਉਹ ਯੁੱਗ ਪੁਰਸ਼ ਨੇ। ਪਵਿੱਤਰ ਬਾਣੀ ਰਚੀ ਉਹਨਾਂ ਨੇ, ਸਮਾਜ ਨੂੰ ਸੁਧਾਰਿਆ। ਬਹੁਤ ਬਹੁਤ ਤਾਰੀਫ ਦੇ ਹੱਕਦਾਰ ਨੇ ਬੱਚਿਓ ਦਿਲੋਂ। ਅਗਰ ਆਪਾਂ ਦੱਸੇ ਹੋਏ ਰਾਹਾਂ 'ਤੇ ਚੱਲਦੇ ਹਾਂ ਉਹਨਾਂ ਦੁਆਰਾ, ਤਾਂ ਆਪਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਫਲ ਹੀ ਹੁੰਦੇ ਹਾਂ। ਅਤੇ ਪਰ ਫਿਰ ਵੀ ਮੈਂ ਤੁਹਾਡੇ ਨਾਲ ਕੁਝ ਲਾਈਨਾਂ ਆਪ ਜੀ ਬਾਰੇ ਸਾਂਝੀਆਂ ਕਰਾਂਗੀ। ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਆਪ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਵਿੱਚ ਹੋਇਆ, ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਆਪ ਦੇ ਮਾਤਾ ਤ੍ਰਿਪਤਾ ਜੀ ਸਨ ਅਤੇ ਪਿਤਾ ਮਹਿਤਾ ਕਾਲੂ ਜੀ ਉਸ ਸਮੇਂ ਦੇ ਪਟਵਾਰੀ ਸਨ। ਉਹ ਆਪ ਜੀ ਨੇ ਕੇਵਲ ਬਾਣੀ ਹੀ ਨਹੀਂ ਰਚੀ, ਸਗੋਂ ਮਹਾਨ ਸਮਾਜ ਸੁਧਾਰਕ ਵਜੋਂ ਲੋਕ ਚੇਤਨਾ ਜਗਾਈ, ਲੋਕਾਈ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ। ਆਪ ਨੇ 4 ਉਦਾਸੀਆਂ ਵਿੱਚ ਬਹੁਤ ਦੂਰ ਦੂਰ ਦੇਸ਼ ਪ੍ਰਦੇਸ਼ ਦੀ ਯਾਤਰਾ ਕੀਤੀ। ਆਪ ਉਸ ਸਮੇਂ ਦੇ ਹਰ ਧਰਮ ਦੇ ਤੀਰਥ ਅਸਥਾਨ 'ਤੇ ਗਏ ਅਤੇ ਉੱਥੋਂ ਦੇ ਧਾਰਮਿਕ ਪੈਰੋਕਾਰਾਂ ਨਾਲ ਵਿਚਾਰ ਵਟਾਂਦਰਾ ਘੋਸ਼ਣਾ ਕੀਤੀਆਂ। ਆਪ ਸਭ ਮਨੁੱਖਾਂ ਨੂੰ ਬਰਾਬਰ ਸਮਝਦੇ ਸਨ ਅਤੇ ਨੇਕ ਕਰਨੀ ਉੱਤੇ ਜ਼ੋਰ ਦਿੰਦੇ ਸਨ। ਆਪਣੀਆਂ ਯਾਤਰਾਵਾਂ ਤੋਂ ਬਾਅਦ ਆਪ ਨੇ ਗ੍ਰਹਿਸਥੀ ਜੀਵਨ ਬਤੀਤ ਕੀਤਾ। ਇਸ ਸਮੇਂ ਆਪ ਨੇ ਕਰਤਾਰਪੁਰ ਵਿਖੇ ਖੇਤੀਬਾੜੀ ਕਰਕੇ 10 ਨੌਹਾਂ ਦੀ ਕਿਰਤ ਕਮਾਈ ਕਰਨ ਦਾ ਰਾਹ ਦੱਸਿਆ। ਆਪ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਪਜੀ ਅਤੇ ਆਸਾ ਦੀ ਵਾਰ ਆਪ ਦੀਆਂ ਸਭ ਤੋਂ ਪ੍ਰਸਿੱਧ ਬਾਣੀਆਂ ਹਨ। ਆਪ ਦੀ ਬਾਣੀ ਵਿੱਚ ਫਾਰਸੀ, ਅਰਬੀ, ਹਿੰਦੀ ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਮਿਲਦੇ ਹਨ। ਆਪ ਦੀ ਬਾਣੀ ਵਿੱਚੋਂ ਕੁਝ ਸ਼ਬਦ ਵਿਦਿਆਰਥੀਆਂ ਦੇ ਪੜ੍ਹਨ ਲਈ ਦਿੱਤੇ ਜਾ ਰਹੇ ਹਨ। ਸਭ ਤੋਂ ਪਹਿਲੀ ਰਚਨਾ ਹੈ ਬੱਚਿਓ, ਪਵਨ ਗੁਰੂ ਪਾਣੀ ਪਿਤਾ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਅਰਥਾਵਲੀ ਕਰਦੇ ਆ ਬੱਚੋ। ਪਵਨ ਹਵਾ, ਮਹੱਤ ਵੱਡੀ, ਦਿਵਸ ਦਿਨ, ਦੁਇ ਦੋਵੇਂ, ਦਾਈ ਦਾਇਆ ਖਿਡਾਉਣ ਵਾਲੇ, ਸਗਲ ਸਾਰਾ, ਵਾਚੇ ਪਰਖਦਾ ਹੈ, ਹਦੂਰ ਅਕਾਲ ਪੁਰਖ ਦੀ ਹਜ਼ੂਰੀ ਵਿੱਚ, ਕਰਮੀ ਕਰਮ ਅਨੁਸਾਰ, ਕੇ ਕਈ ਜੀਵ ਨੇੜੇ ਅਕਾਲ ਪੁਰਖ ਦੇ ਨਜ਼ਦੀਕ, ਜਿਨੀ ਜਿਨ੍ਹਾਂ ਮਨੁੱਖਾਂ ਨੇ ਧਿਆਇਆ ਸਿਮਰਿਆ ਹੈ, ਮਸਕਤ ਮਿਹਨਤ, ਘਾਲ ਕਮਾਈ, ਘਾਲ ਕੇ ਸਫਲੀ ਕਰਕੇ, ਮੁੱਖ ਉਜਲੇ ਉਜਲ ਮੁੱਖ ਵਾਲੇ, ਕੀਤੀ ਕਈ ਜੀਵ ਛੁੱਟੀ ਮੁਕਤੀ। ਪ੍ਰਸੰਗ ਕਿਸ ਤਰ੍ਹਾਂ ਦੇਵਾਂਗੇ ਬੱਚਿਓ ਆਪਾਂ ਵੀ ਇਹ ਕਾਵਿ ਟੋਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦੇ ਅੰਤ ਵਿੱਚ ਆਉਂਦਾ ਸਲੋਕ ਹੈ। ਇਹ ਸਾਹਿਤਮਾਲਾ 10ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਪਵਨ ਗੁਰੂ ਪਾਣੀ ਪਿਤਾ ਸਿਰਲੇਖ ਹੇਠ ਦਰਜ ਹੈ। ਇਹ ਗੁਰਮਤ ਕਾਵਿ ਵਿੱਚੋਂ ਲਿਆ ਗਿਆ ਹੈ। ਇਹ ਸਲੋਕ ਵਿੱਚ ਗੁਰੂ ਜੀ ਨੇ ਸੰਸਾਰ ਵਿੱਚ ਵਿਚਰਦੇ ਮਨੁੱਖ ਦੇ
ਚੰਗੇ ਕਰਮਾਂ ਅਤੇ ਪ੍ਰਭੂ ਭਗਤੀ ਦੀ ਮਹਾਨਤਾ ਨੂੰ ਪ੍ਰਗਟਾਇਆ ਹੈ। ਬੱਚਿਓ, ਵਿਆਖਿਆ: ਹਵਾ ਗੁਰੂ ਹੈ, ਪਾਣੀ ਪਿਤਾ ਹੈ ਅਤੇ ਵਿਸ਼ਾਲ ਧਰਤੀ ਮਾਤਾ ਹੈ। ਦਿਨ ਰਾਤ ਦੋਵੇਂ ਪਾਲਣਾ ਅਤੇ ਖਿਡਾਉਣ ਵਾਲੇ ਹਨ, ਮਤਲਬ ਖਿਡਾਉਣ ਵਾਲੇ ਹਨ, ਅਤੇ ਸਾਰਾ ਸੰਸਾਰ ਉਹਨਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਧਰਮਰਾਜ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੀਵਾਂ ਦੇ ਕੀਤੇ ਹੋਏ ਚੰਗੇ ਅਤੇ ਮਾੜੇ ਕੰਮ ਵਿਚਾਰਦੇ ਹਨ, ਮਤਲਬ ਵਿਚਾਰੇ ਜਾਂਦੇ ਹਨ। ਆਪੋ ਆਪਣੇ ਇਹਨਾਂ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ। ਅਕਾਲ ਪੁਰਖ ਦੇ ਦਰ 'ਤੇ ਉਹ ਉੱਜਲ ਮੁੱਖ ਵਾਲੇ ਹਨ ਅਤੇ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਭਾਵ ਮੁਕਤੀ ਪ੍ਰਾਪਤ ਕਰ ਗਏ ਹਨ। ਬੱਚਿਓ, ਬਾ ਕਮਾਲ, ਅਤਿ ਸੁੰਦਰ। ਉਸ ਤੋਂ ਬਾਅਦ ਹੈ ਬੱਚਿਓ ਉਹਨਾਂ ਦੀ ਰਚਨਾ ਸੋ ਕਿਉ ਮੰਦਾ ਆਖੀਐ। ਸੋ ਕਿਉ ਮੰਦਾ ਆਖੀਐ। ਭੰਡ ਜੰਮੀਏ ਭੰਡ ਨੀਮੀਏ, ਭੰਡ ਮੰਗਣ ਵਿਆਹ, ਭੰਡੇ ਹੋਵੇ ਦੋਸਤੀ, ਭੰਡੇ ਚੱਲੇ ਰਾਹ। ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ। ਸੋ ਕਿਉ ਮੰਦਾ ਆਖੀਐ, ਜਿਤ ਜੰਮੇ ਰਾਜਾਨ। ਭੰਡੋ ਹੀ ਭੰਡ ਉਪਜੈ, ਭੰਡੇ ਬਾਝ ਨ ਕੋਇ। ਨਾਨਕ ਭੰਡੇ ਬਾਹਰਾ, ਏਕੋ ਸੱਚਾ ਸੋਇ। ਜਿਤ ਮੁਖ ਸਦਾ ਸਲਾਈਏ, ਭਾਗਾ ਰਤੀ ਚਾਰ। ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ। ਧੰਨ ਗੁਰੂ ਨਾਨਕ। ਫਿਰ ਆਪਾਂ ਅਰਥਾਵਲੀ ਕਰਦੇ ਹਾਂ ਬੱਚੋ। ਭੰਡ ਦਾ ਮਤਲਬ ਇਸਤਰੀ, ਨੀਮੀਏ ਪ੍ਰਾਣੀ ਦਾ ਸਰੀਰ ਬਣਦਾ ਹੈ, ਮੰਗਣ ਕੁੜਮਾਈ ਮੰਗਣੀ, ਦੋਸਤੀ ਪਿਆਰ, ਚੱਲੇ ਰਾਹ ਸੰਤਾਨ ਦੀ ਉਤਪਤੀ ਦਾ ਰਸਤਾ, ਬੰਧਾਨ ਸੰਬੰਧ ਰਿਸ਼ਤੇਦਾਰੀ, ਰਾਜਾਨ ਵੱਡੇ ਲੋਕ ਭਾਵ ਰਾਜੇ, ਭਾਗਾ ਰਤੀ ਚਾਰ ਚੰਗੇ ਭਾਗਾਂ ਦੇ ਕਾਰਨ ਉਹ ਮੁੱਖ ਲਾਲ ਸੋਹਣਾ ਲੱਗਦਾ ਹੈ। ਪ੍ਰਸੰਗ ਕੀ ਹੋਏਗਾ ਬੱਚੋ ਵੀ ਇਹ ਕਾਵਿ ਟੋਟਾ 10ਵੀਂ ਜਮਾਤ ਦੀ ਪਾਠ ਪੁਸਤਕ ਦੇ ਵਿੱਚ ਦਰਜ ਗੁਰਮਤਿ ਕਾਵਿ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ। ਇਸ ਦਾ ਸਿਰਲੇਖ ਸੋ ਕਿਉ ਮੰਦਾ ਆਖੀਏ ਹੈ। ਇਸ ਵਿੱਚ ਗੁਰੂ ਜੀ ਨੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਲੋੜ ਨੂੰ ਦੱਸਦਿਆਂ ਇਸ ਦੀ ਮਹਾਨਤਾ ਦੱਸੀ ਹੈ। ਇਸ ਨੂੰ ਬੁਰਾ ਕਹਿ ਕੇ ਇਸ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਸੱਚਮੁੱਚ ਬੱਚੋ। ਉਸ ਤੋਂ ਬਾਅਦ ਹੈ ਗगन में थाल। गगन में थाल राव चंद दीपक बने, तारिका मंडल जनक मोती। धूप मल्यान लो पवन चवरो, करे सगल बनराए फुलंत ज्योति। कैसी आरती होए पव खंडना तेरी आरती। अनहता शब्द वाजंत भेरी, सहस तब नैन नैन है तोहे को। सहस मूरत नना एक तोही, सहस पद बिमल नन एक पद गंध बिन। सहस तब गंधिव चलत मोही, सब मैं जोत जोत है सोई। तिसके चानन सब मैं चानन होई। गुर साखी जोत प्रगट होए, जो तिस भावे सो आरती होए। हर चरण कमल मकरंद लोभित मनो, अंदिनो मोहे आही प्यासा। कृपा जल दे नानक सारे को, होए जाते तेरे नाम वासा। सो इस बाणी की अर्थावली करते ਆਪਾਂ। गगन आसमान, मैं रूपी, राव सूरज, जनक मानो समझो। धूप मल्यान लो मल्ले पहाड़ वालों आउण वाली हवा, सुगंधी वाली हवा। बनराए बनस्पति, फुलंत फुल दे रही है। ज्योति जोत रूप प्रभु। भवखंडना हे जन्म मरण कट्टण वाले। अनहता जो बिना वजाए वजे। शब्द आवाज़ भेरी नगारा। सहस हज़ारा तव तेरे, नन कोई नहीं। तोकू तेरे वास्ते। मूर्त शकल नना
कोई नहीं, तो ही तेरी पद पैर बिमल साफ गंध नक इव। इस तरह चलत कौतक अचरज खेड जोत प्रकाश सोई ओ प्रभु। साखी सिੱਖਿਆ नाल मकरंद फुल्लां दा रस मनो मन आंदिनो हर रोज़। मोह मैनू आही है सारंग पपीहा जाते जिस नाल तेरे नाम विच। प्रसंग की होएगा बच्चों इसका कि यह काव टोटा ਸਾਹਿਤਮਾਲਾ 10ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਦਰਜ ਗੁਰਮਤਿ ਕਾਵਿ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਗਨ ਮੈਂ ਥਾਲ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਗੁਰੂ ਜੀ ਨੇ ਮੰਦਰਾਂ ਵਿੱਚ ਉਤਾਰੀ ਜਾ ਰਹੀ ਆਰਤੀ ਨੂੰ ਫੋਟਕ ਦੱਸਿਆ ਹੈ। ਫਰਮਾਇਆ ਹੈ ਕਿ ਕੁਦਰਤ ਹਰ ਵੇਲੇ ਉਸ ਸਰਗੁਣ ਅਤੇ ਨਿਰਗੁਣ ਪ੍ਰਭੂ ਦੀ ਆਰਤੀ ਉਤਾਰਨ ਵਿੱਚ ਜੁਟੀ ਹੋਈ ਹੈ, ਜੋ ਨਿਰੰਕਾਰ ਹੈ ਅਤੇ ਇਸ ਨਾਲ ਹੀ ਉਹ ਸੰਸਾਰ ਦੇ ਸਾਰੇ ਜੀਵਾਂ ਵਿੱਚ ਵਸਿਆ ਹੋਇਆ ਹੈ। ਅਤੇ ਇਸ ਦੀ ਵਿਆਖਿਆ ਹੈ ਬੱਚਿਓ, ਸਾਰਾ ਅਸਮਾਨ ਥਾਲ ਹੈ, ਸੂਰਜ ਅਤੇ ਚੰਦ ਦੀਵੇ ਹਨ, ਤਾਰਿਆਂ ਦੇ ਸਮੂਹ ਥਾਲ ਵਿੱਚ ਮੋਤੀ ਰੱਖੇ ਹੋਏ ਹਨ। ਮੱਲਿਆ ਪਰਬਤ ਵੱਲੋਂ ਆਉਣ ਵਾਲੀ ਹਵਾ ਮਾਨੋ ਧੂਪ ਹੈ, ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਪ੍ਰਭੂ ਦੀ ਆਰਤੀ ਲਈ ਫੁੱਲ ਦੇ ਰਹੀ ਹੈ। ਹੇ ਜੀਵਾਂ ਦੇ ਜਨਮ ਮਰਨ ਕੱਟਣ ਵਾਲੇ, ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ। ਇੱਕ ਰਸ ਜੀਵਨ ਰੌ ਦੇ ਮਾਨੋ ਤੇਰੀ ਆਰਤੀ ਵਾਸਤੇ ਨਗਾਰੇ ਵੱਜ ਰਹੇ ਹਨ। ਸਾਰੇ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ, ਪਰ ਨਿਰਾਕਾਰ ਹੋਣ ਕਰਕੇ ਪ੍ਰਭੂ ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਵੀ ਸ਼ਕਲ ਨਹੀਂ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਪਰ ਤੇਰਾ ਇੱਕ ਵੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾਂ ਹੀ ਹੈ। ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ। ਸਾਰੇ ਜੀਵਾਂ ਵਿੱਚ ਇੱਕ ਉਹੀ ਪਰਮਾਤਮਾ ਦੀ ਜੋਤ ਵਰਤ ਰਹੀ ਹੈ। ਉਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਸੂਝ-ਬੂਝ ਹੈ, ਪਰ ਇਸ ਜੋਤ ਦਾ ਗਿਆਨ ਗੁਰੂ ਦੀ ਸਿੱਖਿਆ ਨਾਲ ਹੀ ਹੁੰਦਾ ਹੈ। ਇਹ ਸਰਵ ਵਿਆਪਕ ਜੋਤ ਦੀ ਆਰਤੀ ਇਹੀ ਹੈ ਜੋ ਕੁਝ ਉਸ ਦੀ ਰਜ਼ਾ ਵਿੱਚ ਹੋ ਰਿਹਾ ਹੈ। ਉਹ ਜੀਵਾਂ ਨੂੰ ਚੰਗਾ ਲੱਗੇ। ਹੇ ਪਰਮਾਤਮਾ, ਤੇਰੇ ਚਰਨ ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਲਲਚਾਉਂਦਾ ਹੈ। ਮੈਨੂੰ ਇਸੇ ਰਸ ਦੀ ਪਿਆਸ ਲੱਗੀ ਹੋਈ ਹੈ। ਮੈਨੂੰ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ, ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਮਸਤ ਰਹਾਂ। ਸੋ ਬੱਚਿਓ, ਇਹ ਸਨ ਪਵਿੱਤਰ ਬਾਣੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ। ਸੋ ਕੇਂਦਰੀ ਭਾਵ ਜੋ ਆਪਾਂ ਇਹਨਾਂ ਦੀ ਵਿਆਖਿਆ ਕੀਤੀ ਹੈ ਬੱਚਿਓ, ਇਹੀ ਨੇ ਇਹਨਾਂ ਦੇ ਕੇਂਦਰੀ ਭਾਵ। ਠੀਕ ਹੈ, ਅਤੇ ਇਸ ਤੋਂ ਇਲਾਵਾ ਕੁਝ ਪ੍ਰਸ਼ਨ ਉੱਤਰ ਨੇ ਬੱਚਿਓ ਜੋ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ। ਸ਼ੁਰੂਆਤ ਆਪਾਂ ਕਰਦੇ ਹਾਂ ਪਹਿਲੀ ਬਾਣੀ ਪਵਨ ਗੁਰੂ ਪਾਣੀ ਪਿਤਾ ਤੋਂ। ਪਵਨ ਗੁਰੂ ਪਾਣੀ ਪਿਤਾ ਸ਼ਬਦ ਕਿਸ ਦੀ ਰਚਨਾ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਪਵਨ ਗੁਰੂ ਪਾਣੀ ਪਿਤਾ ਸ਼ਬਦ ਕਿਸ ਦੀ ਪੁਸਤਕ ਵਿੱਚ ਦਰਜ ਹੈ? ਸਾਹਿਤਮਾਲਾ 10ਵੀਂ ਜਮਾਤ ਦੀ। ਇਹ ਸ਼ਬਦ ਕਿਸ ਬਾਣੀ ਵਿੱਚ ਦਰਜ ਹੈ? ਜਪਜੀ ਸਾਹਿਬ ਵਿੱਚ। ਉਪਰੋਕਤ ਸ਼ਬਦ ਜਪਜੀ ਬਾਣੀ ਦੇ ਕਿਸ ਹਿੱਸੇ ਵਿੱਚ ਦਰਜ ਹੈ? ਕਿਹੜੇ 'ਚ ਬੱਚਿਓ? ਜਪਜੀ ਸਾਹਿਬ ਦੇ ਅੰਤ ਵਾਲੇ ਹਿੱਸੇ 'ਚ। ਅੱਗੇ ਆ ਗਿਆ, ਪ੍ਰਾਣੀ ਦੀ ਮਾਂ ਵਰਗੀ ਪਰਵਰਿਸ਼ ਕੌਣ ਕਰਦਾ ਹੈ? ਮਤਲਬ ਪਰਵਰਿਸ਼ ਕੌਣ ਕਰਦਾ ਹੈ? ਧਰਤੀ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਵਿੱਚ ਗੁਰੂ ਅਤੇ ਪਿਤਾ ਕਿਸ ਨੂੰ ਦੱਸਿਆ ਹੈ? ਪਵਨ ਅਤੇ ਪਾਣੀ ਨੂੰ। ਪਵਨ ਗੁਰੂ ਪਾਣੀ ਪਿਤਾ। ਠੀਕ ਹੈ ਬੱਚੋ। ਪ੍ਰਭੂ ਦੀ ਨੇੜਤਾ ਅਤੇ ਦੂਰੀ ਕਿਵੇਂ ਪ੍ਰਾਪਤ ਹੁੰਦੀ ਹੈ? ਕੀਤੇ ਕਰਮਾਂ ਦੇ ਨਾਲ। ਨਾਮ ਜਪਣ ਵਾਲਿਆਂ ਦੇ ਮੁੱਖ ਪ੍ਰਭੂ ਦਰਬਾਰ ਵਿੱਚ ਕਿਸ ਤਰ੍ਹਾਂ ਦੇ ਹੁੰਦੇ ਹਨ? ਉਜਲੇ, ਚਮਕ ਵਾਲੇ। ਨਾਮ ਜਪਣ ਵਾਲਿਆਂ ਦੇ ਸੰਗ ਨਾਲ ਦੂਜੇ ਮਨੁੱਖ ਨੂੰ ਕੀ ਪ੍ਰਾਪਤ ਹੁੰਦਾ ਹੈ? ਮੁਕਤੀ, ਬੰਧਨਾਂ ਤੋਂ ਛੁਟਕਾਰਾ।
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? 1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ, ਪਾਕਿਸਤਾਨ ਵਿੱਚ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼੍ਰੋਮਣੀ ਅਤੇ ਸ਼ਾਹਕਾਰ ਰਚਨਾ ਕਿਹੜੀ ਮੰਨੀ ਗਈ ਹੈ? ਜਪਜੀ ਸਾਹਿਬ। ਧਰਮਰਾਜ ਮਨੁੱਖ ਦੇ ਚੰਗੇ ਮੰਦੇ ਕਰਮਾਂ ਨੂੰ ਕਿੱਥੇ ਵਿਚਾਰਦਾ ਹੈ? ਅਕਾਲ ਪੁਰਖ ਦੀ ਹਜ਼ੂਰੀ ਵਿੱਚ। ਬੱਚੋ ਕੇਂਦਰੀ ਭਾਵ ਵੈਸੇ ਆਪਾਂ ਉਹੀ ਲਿਖਣਾ ਹੈ, ਪਰ ਫਿਰ ਵੀ ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇਸ ਸੰਸਾਰ ਵਿੱਚ ਜੀਵ ਚੰਗੇ ਮਾੜੇ ਕਰਮ ਕਰਦਾ ਹੈ। ਧਰਮਰਾਜ ਪ੍ਰਭੂ ਦੇ ਸਾਹਮਣੇ ਹਰ ਮਨੁੱਖ ਦੇ ਕੀਤੇ ਕਰਮਾਂ ਦੀ ਪੜਤਾਲ ਕਰਦਾ ਹੈ। ਮਨੁੱਖ ਨੂੰ ਆਪਣੇ ਕਰਮਾਂ ਅਨੁਸਾਰ ਪ੍ਰਭੂ ਦੀ ਨੇੜਤਾ ਜਾਂ ਦੂਰੀ ਪ੍ਰਾਪਤ ਹੁੰਦੀ ਹੈ। ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਹੈ ਉਹ ਆਪਣੀ ਮਿਹਨਤ ਸਫਲ ਕਰ ਗਏ ਹਨ ਅਤੇ ਉਹਨਾਂ ਦੀ ਸੰਗਤ ਨਾਲ ਹੋਰ ਵੀ ਮੁਕਤੀ ਪ੍ਰਾਪਤ ਕਰ ਗਏ ਹਨ। ਦੂਸਰੀ ਰਚਨਾ ਹੈ ਬੱਚੋ ਸੋ ਕਿਉ ਮੰਦਾ ਆਖੀਐ। ਇਸ ਦਾ ਕੇਂਦਰੀ ਭਾਵ ਕੀ ਹੈ ਬੱਚੋ? ਮਨੁੱਖ ਦਾ ਜਨਮ ਤੋਂ ਮਰਨ ਤੱਕ ਇਸਤਰੀ ਨਾਲ ਸੰਬੰਧ ਹੈ। ਉਸ ਨੂੰ ਜੀਵਨ ਵਿੱਚ ਹਰ ਸਮੇਂ ਇਸਤਰੀ ਦੀ ਲੋੜ ਅਨੁਭਵ ਹੁੰਦੀ ਹੈ। ਇਸ ਲਈ ਇਸ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਤੋਂ ਵੱਡੇ ਵੱਡੇ ਲੋਕ ਭਾਵ ਰਾਜੇ ਜਨਮ ਲੈਂਦੇ ਹਨ। ਇਸ ਤੋਂ ਇਲਾਵਾ ਬੱਚੋ ਆਪਾਂ ਚੰਗੀ ਤਰ੍ਹਾਂ ਵਿਆਖਿਆ ਜੋ ਕੀਤੀ ਉਹ ਵੀ ਲਿਖ ਸਕਦੇ ਹਾਂ, ਠੀਕ ਹੈ। ਪ੍ਰਸ਼ਨ ਉੱਤਰ। ਸੋ ਕਿਉ ਮੰਦਾ ਆਖੀਏ ਬਾਣੀ ਕਿਸ ਦੀ ਰਚਨਾ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਸੋ ਕਿਉ ਮੰਦਾ ਆਖੀਏ ਸ਼ਬਦ ਕਿਸ ਪੁਸਤਕ ਵਿੱਚ ਦਰਜ ਹੈ? ਸਾਹਿਤਮਾਲਾ 10ਵੀਂ ਦੇ ਵਿੱਚ। ਇਹ ਸ਼ਬਦ ਵਿੱਚ ਕਿਸ ਦੀ ਨਿੰਦਾ ਕਰਨ ਤੋਂ ਵਰਜਿਆ ਹੈ, ਮਤਲਬ ਰੋਕਿਆ ਹੈ? ਇਸਤਰੀ ਦੀ। ਰਾਜੇ ਕਿਸ ਤੋਂ ਜਨਮ ਲੈਂਦੇ ਹਨ? ਇਸਤਰੀ ਤੋਂ। ਗੁਰੂ ਜੀ ਅਨੁਸਾਰ ਇਸਤਰੀ ਤੋਂ ਬਾਹਰਾ ਕੌਣ ਹੈ? ਕੇਵਲ ਪਰਮਾਤਮਾ। ਭੰਡ ਸ਼ਬਦ ਦਾ ਕੀ ਅਰਥ ਹੈ? ਇਸਤਰੀ। ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਕਿਸ ਦੀ ਵਡਿਆਈ ਕੀਤੀ ਗਈ ਹੈ? ਇਸਤਰੀ ਦੀ। ਇਸ ਸ਼ਬਦ ਵਿੱਚ ਗੁਰੂ ਜੀ ਦੀ ਬਾਣੀ ਮਤਲਬ ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ? ਆਸਾ ਦੀ ਵਾਰ ਵਿੱਚ। ਪਰਮਾਤਮਾ ਦੇ ਦਰਬਾਰ ਵਿੱਚ ਕਿਹਨਾਂ ਦੇ ਮੁੱਖ ਉਜਲੇ ਹੁੰਦੇ ਹਨ? ਪ੍ਰਭੂ ਦੀ ਸਿਫਤ ਕਰਨ ਵਾਲਿਆਂ ਦੇ ਅਤੇ ਇਸਤਰੀ ਦਾ ਆਦਰ ਕਰਨ ਵਾਲਿਆਂ ਦੇ। ਸਾਹਿਤਮਾਲਾ 10ਵੀਂ ਦੀ ਪੁਸਤਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਕਿੰਨਵਾਂ ਸ਼ਬਦ ਹੈ? ਦੂਜਾ। ਠੀਕ ਹੈ ਬੱਚੋ। ਕਿੰਨੇ ਕੁੱਲ ਸ਼ਬਦ ਦਰਜ ਹਨ ਆਪਣੇ? 3। ਅੱਗੇ ਆ ਗਿਆ ਬੱਚੋ ਗਗਨ ਮੈਥਾਲ, ਠੀਕ ਹੈ ਨਾ। ਕੇਂਦਰੀ ਭਾਵ ਇਸ ਦਾ ਕੀ ਆ ਬੱਚੋ? ਉਹੀ ਹੈ ਜੋ ਆਪਾਂ ਵਿਆਖਿਆ ਕੀਤੀ ਹੈ, ਪਰ ਫਿਰ ਵੀ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦੀ ਹਾਂ ਕਿ ਸਾਰੀ ਕੁਦਰਤ ਹਰ ਵੇਲੇ ਸਰਗੁਣ ਅਤੇ ਨਿਰਗੁਣ ਸਰੂਪ ਵਾਲੇ ਪ੍ਰਭੂ ਦੀ ਆਰਤੀ ਉਤਾਰਨ ਦੇ ਆਹਰ ਵਿੱਚ ਲੱਗੀ ਹੋਈ ਹੈ ਅਤੇ ਜੀਵ ਪ੍ਰਭੂ ਦੇ ਚਰਨਾਂ ਨਾਲ ਲੱਗ ਕੇ ਉਸ ਦੀ ਕਿਰਪਾ ਪ੍ਰਾਪਤ ਕਰ ਸਕਦੇ ਹਨ। ਗੁਰੂ ਦੀ ਸਿੱਖਿਆ ਅਨੁਸਾਰ ਜਦੋਂ ਸਾਰੇ ਜੀਵਾਂ ਵਿੱਚ ਉਸ ਦੀ ਜੋਤ ਨੂੰ ਵਸਦੀ ਅਨੁਭਵ ਕਰਦਾ ਹੈ ਅਤੇ ਉਸ ਦੇ ਭਾਣੇ ਵਿੱਚ ਚੱਲਦਾ ਹੈ ਕੋਈ ਵੀ ਇਨਸਾਨ, ਤਾਂ ਉਹ ਵੀ ਕੁਦਰਤ ਦੁਆਰਾ ਉਤਾਰੀ ਜਾ ਰਹੀ ਆਰਤੀ ਵਿੱਚ ਸ਼ਾਮਲ ਹੋ ਜਾਂਦਾ ਹੈ। ਬੱਚੋ ਪ੍ਰਸ਼ਨ ਉੱਤਰ ਕੀ ਨੇ? ਗਗਨ ਮੈਥਾਲ ਕਵਿਤਾ ਦੀ ਰਚਨਾ ਕਿਹਨਾਂ ਨੇ ਕੀਤੀ ਹੈ? ਸ਼੍ਰੀ ਗੁਰੂ ਨਾਨਕ ਦੇਵ ਜੀ ਨੇ। ਗਗਨ ਮੈਥਾਲ ਸ਼ਬਦ ਕਿਸ ਪੁਸਤਕ ਵਿੱਚ ਦਰਜ ਹੈ? ਸਾਹਿਤਮਾਲਾ ਪਾਠ ਪੁਸਤਕ ਦੇ ਵਿੱਚ 10ਵੀਂ ਦੇ ਵਿੱਚ। ਇਹ ਸ਼ਬਦ ਗੁਰੂ ਜੀ ਨੇ ਕਿੱਥੇ ਉਚਾਰਿਆ? ਦੱਖਣ ਵਿੱਚ ਜਗਨਨਾਥਪੁਰੀ ਦੇ ਮੰਦਰ ਵਿੱਚ। ਪ੍ਰਭੂ ਦੀ ਆਰਤੀ ਕਿਸ ਵੱਲੋਂ ਆਪਣੇ ਆਪ ਹੋ ਰਹੀ ਹੈ? ਕੁਦਰਤ ਵੱਲੋਂ। ਪ੍ਰਭੂ ਦੇ ਸਰੂਪ ਵਿੱਚ ਕਿਹੜੇ ਕਿਹੜੇ ਮਤਲਬ ਗੁਣ ਦੱਸੇ ਗਏ ਹਨ? ਸਰਗੁਣ ਅਤੇ ਨਿਰਗੁਣ। ਕਿਸ ਸਰੂਪ ਵਿੱਚ ਉਸ ਦੀਆਂ ਹਜ਼ਾਰਾਂ ਅੱਖਾਂ, ਪੈਰ, ਨੱਕ ਅਤੇ ਸ਼ਕਲਾਂ ਹਨ? ਠੀਕ ਹੈ ਨਾ, ਸਰਗੁਣ ਦੇ ਵਿੱਚ। ਕਿਸ ਰੂਪ ਵਿੱਚ ਉਸ ਦੀ ਕੋਈ ਵੀ ਅੱਖ, ਪੈਰ, ਸ਼ਕਲ ਨਹੀਂ ਹੈ? ਨਿਰਗੁਣ ਮਤਲਬ ਨਿਰਾਕਾਰ। ਕਿਹੜੇ ਪਹਾੜ ਤੋਂ ਸੁਗੰਧਿਤ ਭਰੀ ਹਵਾ ਆ ਰਹੀ ਹੈ? ਮਲਿਆਨ ਲੋ, ਠੀਕ ਹੈ, ਮੱਲੇ ਪਰਬਤ ਤੋਂ। ਇਹ ਸੁਗੰਧੀ ਭਰੀ ਹਵਾ ਆਰਤੀ ਵਿੱਚ ਕਿਸ ਰੂਪ ਵਿੱਚ ਵਿਚਰਦੀ ਹੈ? ਧੂਪ ਅਤੇ ਚੌਰ ਦੇ ਰੂਪ ਵਿੱਚ। ਸਾਰੇ ਜੀਵਾਂ ਵਿੱਚ ਕਿਸ ਦੀ ਜੋਤ ਪਸਰ ਰਹੀ ਹੈ? ਪਰਮਾਤਮਾ ਦੀ। ਇਸ ਜੋਤ ਦਾ ਗਿਆਨ ਕਿਵੇਂ ਹੁੰਦਾ ਹੈ? ਗੁਰੂ ਰਾਹੀਂ। ਗੁਰੂ ਜੀ ਪਪੀਹੇ ਦੇ ਰੂਪ ਵਿੱਚ ਪ੍ਰਭੂ ਤੋਂ ਕੀ ਮੰਗਦੇ ਹਨ? ਕਿਰਪਾ ਜਲ। ਮੈਨੂੰ ਆਸ ਆ ਬੱਚੋ ਤੁਹਾਨੂੰ ਚੰਗੀ ਤਰ੍ਹਾਂ ਵਿਆਖਿਆ ਸਮਝ ਆ ਗਈ ਹੋਏਗੀ। ਸੁਣਨ ਅਤੇ ਸਮਝਣ ਲਈ ਬਹੁਤ ਬਹੁਤ ਧੰਨਵਾਦ ਬੱਚੋ। ਉਚਾਰ ਸਮੇਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਤਹਿ ਦਿਲੋਂ ਮਾਫ਼ੀ ਮੰਗਦੀ ਹਾਂ।